सतनाम श्री वाहिगुरु साहिब जी। श्लोक महला पंजवा। धंधड़े कुलाहा चित न आवे हिकड़ो, सेई नानक सेई तन फुटन, जिना साईं विसरै। महला पंजवा। प्रीतो कीर्तन देवता तिन करने हारे, सभे सिख उबारियन प्रभ काज सवारे। निंदक पकड़ पछाड़ियन झूठे दरबारे, नानक का प्रभ वड्डा है, आप साज सवारे। पौड़ी। प्रभ बेअंत किछे अंत नाहे, सब तिसै करना। अगम अगोचर साहिबो, जिया का परना। हसत दे प्रतपालदा, परन पोखन करना। मेहरबान बख्शिंद आप, जप सच्चे तरना। जो तुद भावै सो भला, नानक दास सरना। फिरत फिरत प्रभ आया, परया तो सरनाए। नानक की प्रभ बिनती, अपनी भक्ति लाए। नानक की प्रभ बिनती, अपनी भक्ति लाए। ज़ाहरा ज़हूर हाजरा हजूर, सर्व कला भरपूर समर्थ गुरु, लोक परलोक दे रखियक भगत वशल। ज्ञान दे सागर सतगुरां दी पावन पवित्र जोत, महाराज जी दी निੱਘੀ गोद प्यारी गोद विच गुरु शब्द दे नाल जुड़ बैठी गुरु प्यारी साध संगत जी। सतगुरु जी ने अपार बख्शिश मेहर कृपा दया की है। जिंदगी दे रहिंदे बचे सवास महाराज जी ने चढ़े हुए दिन दे नाल सफल करन दा शुभ समा शुभ मौका जां अवसर सानू बख्शे है। वडभागी साध संग प्रापत तिन भेटत दुरमत खोई। वड्डियां भागां वालियां नूं गुरु साहब जी फरमान करते ने संगत मिलती है। जिस दे वड्डे भाग हुंदे ने उसनूं संगत मिलती है, जिस दे भाग माड़े हुंदे ने उसनूं कुसंगत मिलती है।
ਸਤ ਦੀ ਸੰਗਤ ਹਮੇਸ਼ਾ ਤਾਰਦੀ ਹੈ, ਕੁਸੰਗਤ ਚੰਗੇ ਭਲੇ ਨੂੰ ਪਾੜਦੀ ਹੈ। ਭਗਤ ਜੀ ਦੀ ਬਾਣੀ ਕਹਿੰਦੀ ਹੈ, ਜਿਵੇਂ ਕੇਲੇ ਦੇ ਦਰਖਤ ਦੇ ਨੇੜੇ ਕੇਲੇ ਨਿਕਟ ਜੋ ਬੇਰ, ਕੰਡਿਆਂ ਵਾਲਾ ਦਰਖਤ ਕੋਈ ਵੀ ਹੋਵੇ, ਬੇਰ ਦਾ ਹੋਵੇ, ਉਹ ਜਦੋਂ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ। ਜਦੋਂ ਹਵਾ ਚੱਲਦੀ ਹੈ ਤੇ ਜਿਹੜੇ ਕੰਢੇ ਹੁੰਦੇ ਨੇ ਉਹ ਕੇਲੇ ਦੇ ਉਹਨਾਂ ਪੱਤਿਆਂ ਨੂੰ ਫਾੜ ਦਿੰਦੇ ਨੇ ਜਾਂ ਪਾੜ ਦਿੰਦੇ ਨੇ ਟਕਰਾ ਕੇ। ਇਸ ਤਰ੍ਹਾਂ ਜਦੋਂ ਕੋਈ ਕੁਸੰਗਤ ਕਰਦਾ ਹੈ ਕਿਸੇ ਕੁਸੰਗੀ ਦੀ, ਉਸ ਦੇ ਜੀਵਨ ਨੂੰ ਵੀ ਉਹ ਤਾਰ ਜਾਂ ਪਾੜ ਦਿੰਦਾ, ਖਰਾਬ ਕਰ ਦਿੰਦਾ, ਖਤਮ ਕਰ ਦਿੰਦਾ, ਉਸ ਨੂੰ ਮਿਟਾ ਦਿੰਦਾ। ਜੰਝ ਵੀ ਇੱਕ ਉਦਾਹਰਨ ਅਗਲੀਆਂ ਪੰਕਤੀਆਂ ਵਿੱਚ ਆਉਣੀ ਹੈ। ਜਿਵੇਂ ਦੁੱਧ ਦੇ ਵਿੱਚ ਇੱਕ ਖੱਟੇ ਦਾ ਛਿੱਟਾ ਪੈ ਜਾਏ, ਖੱਟਾ ਪੈ ਜਾਏ ਦੁੱਧ ਵਿੱਚ, ਉਹ ਕਿੰਨਾ ਸਾਰਾ ਦੁੱਧ ਕਿਉਂ ਨਾ ਹੋਵੇ, ਥੋੜ੍ਹੇ ਜਿਹੇ ਛਿੱਟੇ ਨਾਲ ਹੀ ਉਹ ਦੁੱਧ ਫਟ ਜਾਂਦਾ ਹੈ, ਖਰਾਬ ਹੋ ਜਾਂਦਾ। ਤੇ ਜਿਹੜੀ ਸੰਗਤ ਹੁੰਦੀ ਹੈ, ਮਹਾਰਾਜ ਜੀ ਦੀ ਬਾਣੀ ਦਾ ਫਰਮਾਨ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ। ਨਾਨਕ ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਤੇ ਸਤ ਸੰਗਤ ਉਹ ਜਿੱਥੇ ਸੱਚ ਦੀ ਗੱਲ ਹੋਵੇ, ਸੱਚ ਦੀ ਸਿਫਤ ਹੋਵੇ, ਜਿੱਥੇ ਸੱਚ ਦਾਰੂ ਬਣ ਕੇ ਮਿਲੇ, ਸੱਚ ਸਾਰੇ ਪਰਦੇ ਚੱਕ ਦੇਵੇ। ਜਦੋਂ ਸੱਚ ਦੀ ਹਨੇਰੀ ਚੱਲਦੀ ਹੈ ਨਾ, ਓਲਾ ਕੋਈ ਨਹੀਂ ਰਹਿੰਦਾ। ਸਾਕਤ ਝੂਠੇ ਮਹਾਰਾਜ ਜੀ ਕਹਿੰਦੇ ਫੜੇ ਜਾਂਦੇ ਨੇ। ਫਿਰ ਜਦੋਂ ਇਸ ਸੱਚ ਦਾ ਤੂਫਾਨ ਆਉਂਦਾ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਜਦੋਂ ਗਿਆਨ ਤੇ ਸੱਚ ਦੀ ਆਂਧੀ ਆਉਂਦੀ ਹੈ, ਹਨੇਰੀ ਆਉਂਦੀ ਹੈ, ਤੇ ਫਿਰ ਇਹਦੇ ਵਿੱਚ ਜਿਹੜੇ ਨੇ ਉਹ ਜਿਹੜੇ ਮਨਮਤ ਵਾਲੇ ਨੇ, ਮਨਮੁਖ ਨੇ, ਉਹ ਰਹਿੰਦੇ ਨਹੀਂ। ਮਤਲਬ ਇਹ ਵੀ ਸੱਚ ਆਪਣਾ ਵਜੂਦ ਕਾਇਮ ਕਰ ਦਿੰਦਾ ਤੇ ਝੂਠ ਨੂੰ ਲਤਾੜ ਦਿੰਦਾ, ਖਤਮ ਕਰ ਦਿੰਦਾ। ਸੋ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ। ਸੋ ਅਸੀਂ ਇਸ ਵੇਲੇ ਸੱਚ ਦੀ ਮਤਲਬ ਸੱਤ ਦੀ ਸੰਗਤ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਦੇ ਸ਼ਬਦ ਵਿਚਾਰ ਰਾਹੀਂ ਪਹਿਲਾਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਔਰ ਹੁਣ ਸ਼ਬਦ ਦੀ ਵਿਚਾਰ। ਸੋ ਗੁਰੂ ਸਾਹਿਬ ਮਿਹਰ ਕਰਨ, ਸ਼ਬਦ ਦੀ ਸਮਝ ਲੱਗੇ, ਸ਼ਬਦ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਨੂੰ ਕੁਝ ਗਿਆਨ ਪ੍ਰਾਪਤ ਹੋ ਸਕੇ। ਲੜੀਵਾਰ ਸ਼ਬਦ ਦੀ ਵਿਚਾਰ ਆਓ ਆਰੰਭ ਕਰਦੇ ਹਾਂ। ਸ਼ਬਦ ਸਰਵਣ ਕੀਤਾ ਸ਼ਲੋਕ ਮਹੱਲਾ ਪੰਜਵਾਂ। ਧੰਦੜੇ ਕੁਲਾਹ ਚਿਤ ਨ ਆਵੈ ਹਿਕੜੋ, ਨਾਨਕ ਸਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਧੰਦੜੇ ਕੁਲਾਹ, ਧੰਦੜੇ ਦਾ ਮਤਲਬ ਜਿਹੜੇ ਅਸੀਂ ਧੰਦੇ ਕਰਦੇ ਹਾਂ। ਕੁਲਾਹ ਦਾ ਮਤਲਬ ਹੈ ਘਾਟੇ ਵਾਲੇ। ਹੇਕੜੋ ਗਿਆ ਉਸ ਪਰਮ ਪਿਤਾ ਪਰਮਾਤਮਾ ਨੂੰ। ਮਹਾਰਾਜ ਜੀ ਕਹਿੰਦੇ ਇਨਸਾਨ ਝੂਠੇ ਘਾਟੇ ਵਾਲੇ ਧੰਦਿਆਂ ਦੇ ਵਿੱਚ ਲੱਗ ਕੇ ਨਫੇ ਵਾਲਾ ਸੌਦਾ, ਮਤਲਬ ਪਰਮਾਤਮਾ ਦੇ ਨਾਮ ਵਾਲਾ ਸੌਦਾ ਨਹੀਂ ਕਰ ਸਕਿਆ। ਝੂਠੇ ਧੰਦੇ ਆਖਿਆ ਮਹਾਰਾਜ ਜੀ ਨੇ, ਔਰ ਘਾਟੇ ਵਾਲੇ ਧੰਦੇ ਆਖਿਆ ਸੰਸਾਰ ਨੂੰ। ਕਿਉਂਕਿ ਜਿਹੜੇ ਧੰਦੇ ਸਾਡੇ ਕਿੰਨੇ ਸੈਂਕੜੇ ਹਜ਼ਾਰ ਸਵਾਸ ਵੇਸਟ ਕਰਦੇ ਨੇ, ਜਿਹੜਾ ਸਮਾਂ ਧੰਦਾ ਸਾਡੀ ਔਧ, ਸਾਡੀ ਜ਼ਿੰਦਗੀ ਨੂੰ ਦਿਨੋਂ ਦਿਨ ਘਟਾਈ ਜਾਵੇ,
सफल ना करे, धंधा धर्म ना बने, तो फिर वो धंधा घाटे वाला ही है। जिस धंधे दे विच धर्म आ जाए, परम पिता परमात्मा का नाम आ जाए, वो धंधा भी पवित्र हो जाता है, नाम वाला हो जाता है। वो खेती भी नाम वाली, दुकान भी नाम वाली, वो नौकरी भी नाम वाली हो जाती है। सो महाराज जी कहते फरमान करते हैं, सो कुछ धंधे घाटे वाले धंधियां दे विच पै के चेतना आवे हेकड़ो, जिहड़ा बहुत ज़्यादा अपने काम दे विच मगन है। काम दे विच मगन होना चाहिए, पर काम ही सब कुछ ना बन जाए। ध्यान देना, सब कुछ काम ही ना बन जाए। दिन रात बहिंदे उठते कम 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 कम, ते महाराज जी कहते चेतना आवे हेकड़ो, ते वो परमात्मा तैनूं याद ही ना होवे। ਕੰਮਾਂ ਵਿੱਚ ਲੱਗ ਕੇ ਧੰਦਿਆਂ ਵਿੱਚ ਉਸ ਪ੍ਰਮਾਤਮਾ ਨੂੰ ਹੀ ਭੁੱਲ ਜਾਏ ਵੀ ਕੋਈ ਪ੍ਰਮਾਤਮਾ ਵੀ ਹੁੰਦਾ, ਜਾਂ ਪ੍ਰਮਾਤਮਾ ਦਾ ਨਾਮ ਵੀ ਲਈਦਾ, ਉਹਦੇ ਕੋਲ ਵੀ ਜਾਈਦਾ, ਕਿਧਰੇ ਇਹ ਹੀ ਭੁੱਲ ਜਾਏ ਤੇ ਜਿਹੜੇ ਧੰਦੇ ਕਰਦਾ ਤੂੰ ਇਹ ਘਾਟੇ ਵਾਲੇ ਸਾਬਤ ਹੋਣਗੇ। ਨਾਨਕ ਸਹੀ ਤਨ ਫਟਨ ਜਿਨ੍ਹਾਂ ਸਾਈਂ ਵਿਸਰੈ। ਮਹਾਰਾਜ ਜੀ ਕਹਿੰਦੇ ਉਹ ਸਰੀਰ ਟੁੱਟ ਜਾਂਦੇ ਨੇ, ਉਹ ਸਰੀਰ ਭੱਜ ਜਾਂਦੇ ਨੇ। ਇਹ ਸਰੀਰ ਰੂਪੀ ਭਾਂਡਾ ਸਾਰਿਆਂ ਦਾ ਭੱਜਣਾ, ਇਹ ਉਹ ਭੱਜਣ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜਾ ਮਨੁੱਖ ਕਹਿੰਦਾ ਮੈਂ ਸਰੀਰਕ ਤੌਰ 'ਤੇ ਬਹੁਤ ਪਰੇਸ਼ਾਨ ਅਤੇ ਦੁਖੀ ਹਾਂ, ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਨਾਨਕ ਸਈ ਤਨ ਫੁੱਟਨ ਜਿਨ੍ਹਾਂ ਸਾਈਂ ਵਿਸਰ। ਜਿਨ੍ਹਾਂ ਨੂੰ ਮਾਲਕ ਭੁੱਲ ਜਾਂਦਾ, ਸਾਈਂ ਭੁੱਲ ਜਾਂਦਾ, ਉਹ ਤਨ ਕਰਕੇ ਵੀ ਰੋਗੀ ਹੁੰਦੇ ਆ ਤੇ ਮਨ ਕਰਕੇ ਵੀ ਰੋਗੀ, ਮਤਲਬ ਦੁਖੀ ਰਹਿੰਦੇ ਆ। ਪਰਮਾਤਮਾ ਨੂੰ ਭੁੱਲਣ ਵਾਲੇ ਦੇ ਲਈ ਬਾਣੀ ਵਿੱਚ ਲਿਖਿਆ, ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੁਕੈ, ਗੁਰ ਇਹੋ ਭੇਦ ਬਤਾਵੈ। ਪਰਮਾਤਮਾ ਦੇ ਗਿਆਨ ਜਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਅਗਿਆਨਤਾ, ਹਨੇਰਾ, ਦੁੱਖ, ਦਲਿੱਦਰ, ਆਲਸ, ਆਲਸ ਪਰੇਸ਼ਾਨੀ ਹੀ ਪਰੇਸ਼ਾਨੀ ਹੈ। ਇਸ ਲਈ ਉਹ ਤਨ ਰੋਗੀ ਹੋਣਗੇ, ਚਾਹੇ ਉਹ ਭੋਗ ਨਾਲ, ਵਿਕਾਰਾਂ ਨਾਲ, ਜਾਂ ਕਿਸੇ ਵੀ ਚੀਜ਼ ਨੂੰ ਸਪਰਸ਼ ਕਰਨ ਦੇ ਨਾਲ। ਇਹ ਤਨ ਜਿਹੜਾ ਹੈ ਇਹ ਖਰਾਬ ਹੋਏਗਾ, ਮਨ ਵੀ ਰੋਗੀ ਹੋਏਗਾ। ਨਾਨਕ ਸਹੀ ਤਨ ਫੁੱਟਨ ਜਿਨ੍ਹਾਂ ਸਾਈਂ ਵਿਸਰੈ। ਮਹੱਲਾ ਪੰਜਵਾਂ। ਪ੍ਰੀਤੋ ਕੀਤੁਨ ਦੇਵਤਾ ਤਿਨ ਕਰਨੇ ਹਾਰ। ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਨਾਮ ਦੀ ਦਾਤ ਬਖਸ਼ ਕੇ ਉਸ ਪਰਮੇਸ਼ਰ ਪਰਮਾਤਮਾ ਨੇ ਬਲਹਾਰੀ ਗੁਰੀ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਪ੍ਰੀਤੋ ਕੀਤੋਨ ਦੇਵਤਾ ਤਿਨ ਕਰਨੇ ਹਾਰੇ। ਉਸ ਪਰਮਾਤਮਾ ਨੇ ਇਸ ਪ੍ਰੇਤ ਤੋਂ, ਭੂਤ ਤੋਂ ਮਹਾਰਾਜ ਜੀ ਕਹਿੰਦੇ ਨਾਮ ਬਖਸ਼ ਕੇ ਇਸ ਨੂੰ ਦੇਵਤਾ ਬਣਾ ਦਿੱਤਾ। ਪ੍ਰੇਤ ਭੂਤ ਦਾ ਮਤਲਬ ਕਿਸੇ ਸਰੀਰ ਜਾਂ ਕੋਈ ਰੂਪ ਦਾ ਨਾਮ ਨਹੀਂ ਲਿਖਿਆ, ਇਹ ਅੰਦਰਲੇ ਸੁਭਾਅ ਬਾਰੇ ਲਿਖਿਆ। ਸੁਭਾਅ ਵੀ ਜਿਹੜਾ ਹੈ ਉਹ ਭੂਤ ਵਾਲਾ ਹੋ ਸਕਦਾ, ਪ੍ਰੇਤ ਵਾਲਾ ਹੋ ਸਕਦਾ, ਕੁੱਕਰ ਵਾਲਾ ਹੋ ਸਕਦਾ, ਸ਼ੁਕਰ ਵਾਲਾ ਹੋ ਸਕਦਾ, ਸਰਪ ਵਾਲਾ ਹੋ ਸਕਦਾ। ਤੇ ਇਸੇ ਤਰ੍ਹਾਂ ਜਿਵੇਂ ਕੋਈ ਆਪਣੇ ਜੀਵਨ ਦੇ ਵਿੱਚ ਬੀਤੀ ਹੋਈ ਗੱਲ ਨੂੰ ਛੱਡਦਾ ਹੀ ਨਹੀਂ, ਦੁਸ਼ਮਣੀ ਹੀ ਪਾਈ ਰੱਖਦਾ, ਉਹ ਭੂਤ ਤੋਂ ਘੱਟ ਨਹੀਂ ਹੈ। ਪਾਸਟ ਨੂੰ ਕਹਿੰਦੇ ਨੇ ਭੂਤ ਕਾਲ। ਜਿਹੜਾ ਕਿਸੇ ਨੂੰ ਬੁਰੀ ਤਰ੍ਹਾਂ ਤੰਗ ਤੇ ਪਰੇਸ਼ਾਨ ਕਰਦਾ ਹੈ ਉਹ ਭੂਤ ਤੇ ਪ੍ਰੇਤ ਹੈ। ਕਿਸੇ ਨੂੰ ਦੁਖੀ ਕਰਦਾ, ਦਿਲ ਦਿਖਾਉਂਦਾ, ਬਹੁਤ ਜ਼ਿਆਦਾ ਪਰੇਸ਼ਾਨ ਕਰਦਾ,
ਅਸੀਂ ਭੂਤ ਪ੍ਰੇਤ ਤੋਂ ਵੀ ਇਹੀ ਸਮਝਦੇ ਹਾਂ ਵੀ ਉਹ ਤੰਗ ਕਰਦੇ ਨੇ, ਸਾਨੂੰ ਪਰੇਸ਼ਾਨ ਕਰਦੇ। ਤੇ ਜਿਹੜਾ ਇਨਸਾਨ ਇਨਸਾਨੀ ਜਾਮੇ ਵਿੱਚ ਆ ਕੇ ਕਿਸੇ ਦੇ ਨਾਲ ਨਫ਼ਰਤ, ਈਰਖਾ ਕਰਕੇ, ਦੁਸ਼ਮਣੀ ਕਰਕੇ ਜਦੋਂ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ, ਕਿਸੇ ਨੂੰ ਤਨ ਕਰਕੇ, ਧਨ ਕਰਕੇ, ਸਰੀਰ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ, ਤੇ ਉਹ ਭੂਤ ਪ੍ਰੇਤ ਹੀ ਹੈ, ਉਹ ਤੋਂ ਘੱਟ ਨਹੀਂ ਹੈ। ਉਹ ਜਮ ਹੀ ਹੈ, ਜਮ ਤੋਂ ਘੱਟ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਸ ਪ੍ਰਮਾਤਮਾ ਨੇ ਜਦੋਂ ਤੈਨੂੰ ਨਾਮ ਦਿੱਤਾ ਤੇ ਤੇਰੀ ਆਤਮਿਕ ਅਵਸਥਾ, ਜਿਹੜਾ ਤੇਰਾ ਅੰਦਰਲਾ ਮਨ ਜਿਹੜਾ ਭੂਤ ਬਣੀ ਬੈਠਾ ਸੀ, ਪ੍ਰੇਤੋ ਕੀਤਨ ਦੇਵਤਾ ਤਿਨ ਕਰਨੇ ਹਾਰੇ। ਸੋ ਪਾਤਸ਼ਾਹ ਜੀ ਕਹਿੰਦੇ ਉਹ ਦੇਵਤੇ ਸਮਾਨ ਬਣ ਗਿਆ, ਮਤਲਬ ਚੰਗੇ ਸੁਭਾਅ ਵਾਲਾ ਬਣ ਗਿਆ। ਮਤਲਬ ਅੰਦਰ ਦਇਆ, ਪੁੰਨ, ਭਲੇ ਦੀ ਭਾਵਨਾ ਜਿਹੜੀ ਹੈ ਪੈਦਾ ਹੋ ਗਈ। ਸਭੇ ਸਿੱਖ ਉਬਾਰਨ ਪ੍ਰਭ ਕਾਜ ਸਵਾਰੇ। ਔਰ ਸਤਿਗੁਰ ਨੇ ਮਿਹਰ ਕਰਕੇ, ਪ੍ਰਮਾਤਮਾ ਨੇ ਮਿਹਰ ਕਰਕੇ ਜਿਹੜੇ ਆਪਣੇ ਗੁਰੂ ਦੀ ਸਿੱਖਿਆ 'ਤੇ ਚੱਲਦੇ ਸੀ, ਉਹਨਾਂ ਨੂੰ ਸਾਰਿਆਂ ਨੂੰ ਵੱਖ ਕਰ ਲਿਆ। ਮਤਲਬ ਉਹਨਾਂ ਨੂੰ ਚੁਣ ਕੇ ਕੱਢ ਲਿਆ, ਉਹਨਾਂ ਨੂੰ ਤਾਰ ਲਿਆ ਜਾਂ ਤਾਰ ਦਿੱਤਾ, ਉਹਨਾਂ ਦੇ ਕਾਰਜ ਸਵਾਰ ਦਿੱਤੇ। ਸਭੇ ਸਿੱਖ ਉਬਾਰਨ, ਉਬਾਰਨ ਮਤਲਬ ਬਚਾ ਲਏ, ਪ੍ਰਭ ਕਾਜ ਸਵਾਰੇ, ਉਹਨਾਂ ਦੇ ਕਾਰਜ ਗੁਰੂ ਸਾਹਿਬ ਨੇ ਸਵਾਰ ਦਿੱਤੇ। ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ। ਤੇ ਜਿਹੜੇ ਨਿੰਦਕ ਸੀ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਧਰਤੀ ਤੇ ਪਟਕਾ ਕੇ ਮਾਰ ਕੇ ਉਹਨਾਂ ਤੋਂ ਲੇਖਾ ਮੰਗਿਆ ਗਿਆ, ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਨੂੰ ਮਾਰਿਆ ਗਿਆ। ਜਿਵੇਂ ਕੋਈ ਕ੍ਰਾਈਮ ਕਰਨ ਵਾਲਾ, ਅਪਰਾਧ ਕਰਨ ਵਾਲਾ ਜਦੋਂ ਪੁਲਿਸ ਅਰੈਸਟ ਕਰਕੇ ਲੈ ਜਾਂਦੀ ਹੈ ਤੇ ਉਹਨੂੰ ਕੁੱਟਦੀ ਹੈ, ਫਰਸ਼ 'ਤੇ ਲੰਮਾ ਪਾ ਕੇ ਉਸ ਨੂੰ ਸਜ਼ਾ ਦਿੰਦੇ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਨਿੰਦਕ ਜਿਹੜੇ ਨੇ, ਸਾਕਤ ਜਿਹੜੇ ਨੇ, ਨਿੰਦਕ ਪਕੜ ਪਛਾੜਿਆ ਨੇ, ਪਛਾੜਿਆ ਨੇ ਧਰਤੀ 'ਤੇ ਸੁੱਟ ਕੇ ਮਾਰੇ ਜਾਂਦੇ ਨੇ। ਝੂਠੇ ਦਰਬਾਰੇ, ਉਹਨਾਂ ਨੂੰ ਫੜ ਕੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪਟਕਾ ਕੇ ਬੁਰੀ ਤਰ੍ਹਾਂ ਦੇ ਨਾਲ ਸੋਧਿਆ ਜਾਂਦਾ ਹੈ, ਮਤਲਬ ਸਜ਼ਾ ਦਿੱਤੀ ਜਾਂਦੀ ਹੈ। ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਨਾਨਕ ਦਾ ਪ੍ਰਮਾਤਮਾ ਪ੍ਰਭੂ ਬਹੁਤ ਵੱਡਾ ਹੈ। ਨਾਨਕ ਦਾ ਉਹ ਅਕਾਲ ਪੁਰਖ ਪ੍ਰਮਾਤਮਾ ਬਹੁਤ ਵੱਡਾ, ਆਪ ਸਾਜ ਸਵਾਰੇ। ਉਸ ਨੇ ਆਪ ਹੀ ਸਭ ਕੁਛ ਆਪਣੇ ਨਾਮ ਦੁਆਰਾ, ਆਪਣੀ ਉਸ ਸ਼ਕਤੀ ਦੁਆਰਾ ਸਾਜ ਦਿੱਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਸਨੇ ਆਪਣੇ ਨਾਮ ਦੇ ਨਾਲ ਧਰਤੀ, ਆਕਾਸ਼, ਜਲ, ਥਲ, ਬੁਰੇ ਚੰਗੇ, ਪਹਾੜ, ਦਰਿਆ, ਸਭ ਕੁਝ ਉਸਨੇ ਖਿਨ ਮਹਿ ਥਾਪਿਓ ਥਾਪਣਹਾਰਾ ਸਾਜ ਦਿੱਤੇ। ਪ੍ਰਭ ਬੇਅੰਤ ਕਿਛ ਅੰਤ ਨਾਹੀ, ਸਭ ਤਿਸੇ ਕਰਨਾ। ਪ੍ਰਮਾਤਮਾ ਬੇਅੰਤ ਹੈ ਜੀ, ਉਹਦਾ ਕੋਈ ਅੰਤ ਨਹੀਂ, ਉਹਦੀ ਕਰਨੀ ਦਾ ਕੋਈ ਹੱਦ ਬੰਨਾ ਨਹੀਂ। ਪ੍ਰਭ ਬੇਅੰਤ ਕਿਛ ਅੰਤ ਨਾਹੀ, ਸਭ ਤਿਸੇ ਕਰਨਾ। ਉਸਨੇ ਜਗਤ ਨੂੰ ਬਣਾਇਆ ਤੇ ਉਸੇ ਨੇ ਹੀ ਚਲਾਉਣਾ। ਸਾਨੂੰ ਕਈ ਵਾਰ ਫਿਕਰ ਤੇ ਚਿੰਤਾ ਹੋ ਜਾਂਦੀ ਹੈ, ਆਪਾਂ ਘਰ ਕਿਵੇਂ ਚਲਾਵਾਂਗੇ, ਆਪਣੇ ਕੋਲ ਪੈਸੇ ਦੀ ਕਮੀ ਹੋ ਗਈ ਹੈ, ਆਪਾਂ ਘਰ ਕਿਵੇਂ ਚਲਾਵਾਂਗੇ, ਆਪਣੇ ਘਰ ਦੇ ਖਰਚੇ ਕਿਵੇਂ ਪੂਰੇ ਕਰਾਂਗੇ, ਆ ਕੀ ਕਰਾਂਗੇ, ਇਸ ਤਰ੍ਹਾਂ ਕਿੱਦਾਂ ਕਰਾਂਗੇ, ਇਹ ਮਨ ਸੋਚਦਾ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਸਭ ਤਿਸੇ ਕਰਨਾ। ਜਿਸ ਪਰਮ ਪਿਤਾ ਪਰਮਾਤਮਾ ਨੇ ਸਭ ਕੁਛ ਬਣਾਇਆ, ਉਸਨੇ ਸਾਰਿਆਂ ਦੀ ਜ਼ਿੰਮੇਵਾਰੀ, ਸਾਰਿਆਂ ਦੇ ਰਿਜ਼ਕ ਰੋਟੀ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਲਈ ਹੈ। ਸਾਨੂੰ ਯਕੀਨ ਨਹੀਂ ਕਿਵੇਂ ਲਈ ਹੈ,
ਸਾਨੂੰ ਯਕੀਨ ਕਰਨਾ ਚਾਹੀਦਾ ਹੈ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਰੋਟੀ ਦੇਣੀ ਹੈ, ਕਦੇ ਹੋ ਨਹੀਂ ਸਕਦਾ ਨਾ ਦੇਵੇ। ਚਾਹੇ ਕੋਈ ਬੱਚਾ ਹੈ, ਨੌਜਵਾਨ ਹੈ, ਬਜ਼ੁਰਗ ਹੈ, ਆਮ ਕਰਕੇ ਡਰ ਲੱਗਿਆ ਰਹਿੰਦਾ, ਖਾਸ ਕਰਕੇ ਬਜ਼ੁਰਗਾਂ ਨੂੰ ਵੀ ਪਤਾ ਨਹੀਂ ਸਾਨੂੰ ਆਖਰੀ ਵੇਲੇ ਕਿਸੇ ਨੇ ਸਾਂਭਣਾ ਹੈ ਜਾਂ ਨਹੀਂ ਸਾਂਭਣਾ, ਰੋਟੀ ਦੇਣੀ ਕਿ ਨਹੀਂ, ਇਹ ਚਿੰਤਾ ਹੈ ਨਾ। ਮਹਾਰਾਜ ਜੀ ਕਹਿੰਦੇ ਤੈਨੂੰ ਉਦਾਹਰਨ ਦੇ ਦਿੰਦੇ ਆ, ਪ੍ਰਮਾਣ ਦੇ ਦਿੰਦੇ ਆ, ਤੈਨੂੰ ਯਕੀਨ ਕਰਨਾ ਚਾਹੀਦਾ, ਡਰਿਆ ਨਾ ਕਰ। ਮਾਂ ਦੇ ਪੇਟ ਦੇ ਵਿੱਚ ਬੱਚਾ ਜਦ ਆ ਜਾਂਦਾ ਹੈ ਤੇ ਉਹਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹਦਾ ਭੋਜਨ, ਮਾਂ ਦਾ ਦੁੱਧ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚਾ ਅਜੇ ਗਰਭ ਤੋਂ ਬਾਹਰ ਨਹੀਂ ਆਇਆ ਤੇ ਉਹ ਦੁੱਧ ਬਣਨਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਜਦ ਬੱਚੇ ਦਾ ਜਨਮ ਹੁੰਦਾ ਤੇ ਉਸ ਨੂੰ ਜੰਮਦੇ ਨੂੰ ਹੀ ਮਾਂ ਦਾ ਦੁੱਧ ਵੀ ਪਿਲਾਇਆ ਜਾਂਦਾ ਹੈ। ਦੇਖੋ ਤਾਕਾ ਰਿਜ਼ਕ ਆਗੇ ਕਰ ਧਰਿਆ, ਉਹ ਆਪਣੀ ਰੋਟੀ, ਆਪਣਾ ਖਾਣਾ, ਆਪਣੀ ਖੁਰਾਕ ਜਿਹੜੀ ਹੈ ਜੰਮਣ ਦੇ ਨਾਲ ਹੀ ਲੈ ਕੇ ਆਇਆ। ਇਹ ਇਸ ਤੋਂ ਵੱਡੀ ਉਦਾਹਰਨ ਹੋਰ ਕੋਈ ਹੋ ਨਹੀਂ ਸਕਦੀ। ਮੂੰਹ ਦੇ ਵਿੱਚ ਦੰਦ ਨਹੀਂ, ਕੋਈ ਅਜੇ ਤੱਕ ਬਹੁਤੀ ਸੰਸਾਰ ਦੀ ਕੋਈ ਸੋਝੀ ਨਹੀਂ, ਕੋਈ ਪੂਰੇ ਹੱਥ ਪੈਰ ਸਰੀਰ ਅਜੇ ਪੂਰਾ ਚੱਲਦਾ ਨਹੀਂ, ਪਰ ਪੇਟ ਦੀ ਖੁਰਾਕ ਤੇ ਚਾਹੀਦੀ ਹੈ ਨਾ, ਉਸ ਦੀ ਖੁਰਾਕ ਰੱਬ ਨੇ ਬਣਾ ਕੇ ਦੇ ਦਿੱਤੀ। ਮਹਾਰਾਜ ਜੀ, ਗੁਰੂ ਨਾਨਕ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਮਾਂ ਦੇ ਦੁੱਧ ਰਾਹੀਂ ਇਸ ਦੀ ਪਾਲਣਾ ਪੋਸ਼ਣਾ, ਇਸ ਦੀ ਆਰੰਭਤਾ ਹੋਈ। ਫਿਰ ਤੂੰ ਡਰਦਾ ਕਿਉਂ ਹੈ? ਘਬਰਾਇਆ ਨਾ ਕਰ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜਾਂਦਿਓ ਪਾਇਣ ਤਿਨਾ ਵੀ ਰੋਜੀ ਦੇ। ਜਿੰਨੇ ਪਸ਼ੂ ਪੰਛੀ ਜਾਨਵਰ ਨੇ ਜਿਹੜੇ ਅਸੀਂ ਪਾਲਤੂ ਘਰ ਵਿੱਚ ਰੱਖੇ ਨੇ, ਉਹਨਾਂ ਨੂੰ ਤੇ ਦੁੱਧ ਪਿਆਉਂਦੇ ਹੀ ਆ, ਰੋਟੀ ਪਾਉਂਦੇ ਹੀ ਆ। ਜਿਹੜੇ ਦਰਖਤਾਂ 'ਤੇ ਪੰਛੀ ਨੇ, ਜਿਹੜੇ ਜੰਗਲਾਂ 'ਚ ਘੁੰਮਦੇ ਫਿਰਦੇ ਨੇ, ਜਿਹੜੇ ਗਲੀਆਂ 'ਚ ਫਿਰਦੇ ਨੇ, ਜਿਹੜੇ ਕਦੀ ਕਿਧਰੇ ਬੈਠੇ ਨੇ, ਕਦੀ ਕਿਧਰੇ ਬੈਠੇ ਐ, ਉਹਨਾਂ ਨੂੰ ਵੀ ਪ੍ਰਮਾਤਮਾ ਪਾਲਦਾ, ਉਹਨਾਂ ਨੂੰ ਵੀ ਰਿਜ਼ਕ ਰੋਟੀ ਦਿੰਦਾ। ਸੈਲ ਪੱਥਰ ਮੈਂ ਜੰਤਿ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਹੋ ਸੋ ਮਰਾ ਪ੍ਰਭ ਜੀ, ਮਹਾਰਾਜ ਜੀ ਕਹਿੰਦੇ ਬੇਅੰਤ ਹਨ ਪ੍ਰਭੂ, ਬੇਅੰਤ ਕਿਛ ਅੰਤ ਨਾਹੀ, ਸਭ ਤਿਸੈ ਕਰਨ। ਉਸਨੇ ਸਾਰਾ ਜਗਤ ਬਣਾਇਆ ਤੇ ਸਾਰੇ ਜਗਤ ਦੀ ਚਿੰਤਾ, ਜਿਵੇਂ ਇੱਕ ਬਾਪ ਨੂੰ ਬੱਚਿਆਂ ਦੀ ਚਿੰਤਾ ਹੁੰਦੀ ਹੈ ਨਾ, ਇਹਨਾਂ ਨੂੰ ਕੀ ਲੈ ਕੇ ਦੇਣਾ, ਕੀ ਖਵਾਉਣਾ, ਕੀ ਪਹਿਨਾਉਣਾ, ਕਿੱਧਰ ਤੋਰਨਾ, ਜਿਵੇਂ ਬਾਪ ਨੂੰ ਚਿੰਤਾ ਹੁੰਦੀ ਹੈ ਨਾ, ਸਭਨਾ ਕਾ ਮਾਂ ਪਿਓ ਆਪ ਹੈ। ਉਸ ਬਾਪ ਨੂੰ ਚਿੰਤਾ, ਮੈਂ ਆਪਣੇ ਇਸ ਬਣਾਏ ਹੋਏ ਇਸ ਮਨੁੱਖ ਨੂੰ, ਇਸ ਸਰੀਰ ਨੂੰ, ਇਸ ਬੱਚੇ ਨੂੰ, ਇਸ ਇਨਸਾਨ ਨੂੰ ਮੈਂ ਕਿਵੇਂ ਰੱਖਣਾ। ਜਿਸ ਨੇ ਪੈਦਾ ਕੀਤਾ ਉਹਦੀ ਜ਼ਿੰਮੇਵਾਰੀ ਕੁਦਰਤੀ ਹੁੰਦੀ ਹੈ ਬੱਚੇ ਦੀ ਪਾਲਣਾ ਪੋਸ਼ਣਾ ਕਰਨੀ। ਧਿਆਨ ਦੇਣਾ, ਬੱਚਾ ਪੈਦਾ ਕਰਕੇ ਜੇ ਕੋਈ ਫਰਜ਼ ਨਾ ਅਦਾ ਕਰੇ, ਭੱਜ ਜਾਏ ਬੱਚੇ ਨੂੰ ਛੱਡ ਕੇ, ਉਹਦੇ 'ਤੇ ਕਾਨੂੰਨ ਦੀ ਧਾਰਾ ਲੱਗਦੀ ਹੈ। ਜੇ ਕੋਈ ਨਵ ਜੰਮੇ ਬੱਚੇ ਨੂੰ ਕਿਤੇ ਛੱਡ ਕੇ ਚਲਾ ਜਾਏ, ਉਹ ਫੜਿਆ ਜਾਏ ਨਾ, ਉਹਨੂੰ ਅਰੈਸਟ ਕੀਤਾ ਜਾਂਦਾ ਹੈ। ਉਹ ਕਹਿੰਦੇ ਵੀ ਤੇਰਾ ਬੱਚਾ ਤੇ ਤੇਰੀ ਜ਼ਿੰਮੇਵਾਰੀ ਇਹਨੂੰ ਪਾਲਣ ਦੀ। ਅਸੀਂ ਸਾਰੇ ਰੱਬ ਦੇ ਬੱਚੇ ਹਾਂ ਤੇ ਰੱਬ ਵੀ ਤੇ ਕਾਨੂੰਨ 'ਚ ਹੀ ਰਹਿੰਦਾ ਹੈ ਨਾ, ਰੱਬ ਭੱਜੇਗਾ ਸਾਨੂੰ ਪਾਲਣ ਤੋਂ ਬਗੈਰ। ਮਹਾਰਾਜ ਨੇ ਇੱਥੋਂ ਤੱਕ ਬਾਣੀ ਵਿੱਚ ਲਿਖਿਆ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਦੇਖੋ ਇਹ ਤੇ ਅਸੀਂ ਵਿਚਾਰ ਕੀਤੀ ਨਾ ਵੀ ਜੰਮਣ ਤੋਂ ਬਾਅਦ ਦੁੱਧ ਮਿਲਦਾ, ਤੇ ਜਦੋਂ ਬੱਚਾ ਅੰਦਰ 9 ਮਹੀਨੇ ਰਹਿੰਦਾ ਉਦੋਂ ਵੀ ਉਹਨੂੰ ਖੁਰਾਕ ਮਿਲਦੀ ਹੈ। ਇਹ ਵੀ ਕੁਦਰਤ ਨੇ ਹੀ ਸਾਰਾ ਢਾਂਚਾ ਬਣਾਇਆ। ਉੱਥੇ ਆਪ ਨਹੀਂ ਅਸੀਂ ਉਸ ਨੂੰ ਪਿਆਉਂਦੇ ਕੁਛ, ਪਰ 2-4 ਦਿਨ ਬੰਦਾ ਭੁੱਖਾ ਨਹੀਂ ਰਹਿ ਸਕਦਾ। 9 ਮਹੀਨੇ ਜਠਰ ਅਗਨ ਦੇ ਵਿੱਚ ਸਿਸਟਮ ਹੀ ਰੱਬ ਨੇ ਇੱਦਾਂ ਦਾ ਬਣਾ ਦਿੱਤਾ, ਉਹਦੀ ਖੁਰਾਕ ਮਾਂ ਦੇ ਰਾਹੀਂ ਉਸ ਨੂੰ ਮਿਲਦੀ ਹੈ। ਧਿਆਨ ਦੇਣਾ, ਚਲੋ ਵਿਚਾਰ ਬੜਾ ਵਧੀਆ ਚੱਲਿਆ, ਇਹਦੀ ਵਿਚਾਰ ਕਰ ਲੈਂਦੇ ਹਾਂ। ਜਿਵੇਂ ਦਾ ਭੋਜਨ ਮਾਂ ਖਾਂਦੀ ਹੈ, ਉਸੇ ਤਰ੍ਹਾਂ ਦਾ ਭੋਜਨ ਦਾ ਅਸਰ ਬੱਚੇ 'ਤੇ ਹੁੰਦਾ। ਇੱਕ ਬੱਚਾ ਜੰਮਣ ਵਾਲੀ ਮਾਂ ਜਿਸ ਤਰ੍ਹਾਂ ਦੇ ਆਪਣੇ ਅੰਦਰ ਵਿਚਾਰ ਲਿਆਉਂਦੀ ਹੈ, ਧਿਆਨ ਦੇਣਾ, ਉੱਦਾਂ ਦਾ ਹੀ ਬੱਚਾ, ਉਹਦਾ ਉਸੇ ਤਰ੍ਹਾਂ ਦੇ ਵਿਚਾਰ ਆਉਣਗੇ।
ध्यान देना, अज दा युग जे एक गर्भवती माँ सारा दिन टीवी देखी जाती है, फिल्मां देखी जाती है, मोबाइल देखी जाती है, निंदिया करी जाती है, चुगली करी जाती है, वह पुत्र भगत वही धी भगत नहीं बननी। तुसी इतिहास पढ़ के देखो साहिबजादियां दा, भगतां दा, जिन्हां मावां ने भगत सूरमे जम्मे, उन्होंने नितनेम किया। वो सवेरे उठ गए नहीं, मूँह धोण तो बगैर ही रसोई च वड़ गए। उन्होंने पहला इशनान किया। पुरानियां माइयां माला बहुत जपदियां सी, माला फड़ के बैठियां रहिंदियां सन ते वाहिगुरू वाहिगुरू करी जांदियां सन। बहुत रब ते विश्वास सी। अजकल दी पनीरी बहुत घट गई, उठदे ही मूँह धोवो ना धोवो, बस खाण पीण वाल सीधा रसोई दे विच ते मोबाइल हत्थ विच। ते फिर सूरमे योद्धे बच्चे थोड़ो पैदा होने ने, वो आलसी होने ने। उन्होंने भी उठदियां ने मोबाइल ही फड़ने ने, उन्होंने भी बस अपनियां मनमर्जियां ही करनियां ने, किसी की गल नहीं सुननी। जे कोई धी नूंह ने अपने बजुर्ग की गल नहीं सुनी, अपनी मनमर्जी ना उधर चल गए उधर चल गए, बस उदा ही फिर वो समझे भी जी अग्यों जनरेशन उन्होंने बच्चे आ रहे हैं ना, उन्होंने भी अपनियां मर्जियां ही करनी है। ये सारा कुछ महाराज जी की बाणी विच लिखिया, ग्रंथां विच लिखिया, जिवें दा कोई अन्न खाएगा उदां दा मन बनेगा। ते जे किसी माँ के गर्भ विच बच्चा पल रहा है ना, ते जे वो माँ रब की सिफत कथा कहानियाँ, गुरु दियाँ साखियाँ, नितनेम, सुखमनी साहब, सहज पाठ, बाणी दे नाल जुड़ेगी, सेवा करेगी, उसका धी पुत्र रब दे नाल जुड़िया होएगा। ये पक्का है, ये पक्का है। सो समा नहीं ये बारे ज़्यादा विस्तार नाल बोलना, ये सच्ची गल है। इस करके जिन्नियां साडियां भैणां हन, सो वो ख्याल रखन, अपने जीवन दे विच गुरु दी बाणी नूं लियाउण, अपने जीवन दे विच सत संगत करन, अपने जीवन दे विच सेवा करन, तां जो उन्हां दे बच्चे भी चंगे अच्छे गुरमत दे धारनी बनन। नहीं तो बच्चे जिहड़े ने मेरे होण तुहाडे होण, जे उन्हां नूं चंगी संगत ना मिले, जदों जवान हुंदे ने वो बिगड़ जांदे ने, हत्थ च नहीं आउंदे, ना उन्हां नूं कुट सकदे आ, जे मारदे हैं तो वह भज जाणगे, मन मर्जी करनगे। इस करके शुरू तो ही आप भी तो बच्चों नूं चंगे पासे लाइए, और बच्चों की फिर सारी जिंदगी जड़ी है ना बहुत चंगी लंघेगी। उन्होंने दे अग्यों भी बच्चे पनीरी आएगी, वो भी चंगी होएगी। इस करके बाणी ते बाणी नाल जुड़ना बहुत जरूरी है। गुरु साहब दियां बड़ियां प्यारियां आखिरी पंक्तियां, अगम अगोचर साहिबो जियां का परना। वो मालक अपहुँच है, मतलब जे कोई कहे भी मेरी पहुँच विच है तो मैं छेती छेती उन्होंने मिल लवां, इन्ना सौखा नहीं। तो ये भी नहीं समझना भी वो मिलेगा नहीं। जीवां दे इंद्रियां दी पहुँच तो परे है। जे मैं कोई कहे मैं भी अपने जोर दे नाल अपनी इंद्रियां दे नाल, अपने बल दे नाल उस परमात्मा नूं फड़ लवां जां प्राप्त कर लवां जां पा लवां, इस तरह महाराज जी कहंदे हो नहीं सकता। वो ये चीज़ां तो परे है। जियां का परना, सारियां जीवां दा आसरा, हसत दे प्रतिपाल दा भरन भुखण करना। अपना हथ रख के सब दी रखिया करदा है। सिर ते हथ कोई रख देवे ना ते बंदे विच जान आ जांदी, जान। कोई गल वकड़ी दे विच लैके जोर नाल थापी दे देवे ना ते सिर ते पलोस देवे, सिर ते हथ दे देवे, तो वह बंदा इस तरह महसूस करता जिवें मैनूं बहुत वड्डी ताकत मिल गई, हुण मैनूं परवाह कोई नहीं। तो जिसनों गुरु का हाथ सिर ते मिल जाए, गुर थापी दिती कंड जियो, कंड दे उपर गुरु की थापी मिल जाए। जदों असीं देखो, जदों असीं किसी नूं मत्था टेकदे हैं ना, बजुर्ग नूं, वड्डे नूं, अपने तो
ਉਹਨਾਂ ਸਾਨੂੰ ਜ਼ਰੂਰ ਅਸੀਸ ਦਿੰਦਾ, ਥਾਪੀ ਵੀ ਦਿੰਦਾ, ਕਈ ਵਾਰ ਸਾਨੂੰ ਗਲੇ ਨਾਲ ਵੀ ਲਾ ਲੈਂਦਾ, ਸਾਡਾ ਹੱਥ ਪੈਰ ਵੀ, ਸਾਡੇ ਹੱਥ ਫੜ ਕੇ ਵੀ ਆਪਣੇ ਮੱਥੇ ਨਾਲ ਲਾਉਂਦਾ। ਇਸ ਤਰ੍ਹਾਂ ਮਤਲਬ ਇੱਜ਼ਤ ਕਰਦਾ, ਅਤੇ ਉਹਦੇ ਅੰਦਰੋਂ ਦੁਆ ਨਿਕਲਦੀ ਹੈ, ਉਹਦੇ ਅੰਦਰੋਂ ਅਸੀਸ ਨਿਕਲਦੀ ਹੈ। ਜਦੋਂ ਅਸੀਂ ਵੀ ਆਪਣੀ ਨੱਕ ਰਗੜਦੇ ਹਾਂ, ਮੱਥਾ ਗੁਰੂ ਦੇ ਚਰਨਾਂ ਵਿੱਚ ਟੇਕਦੇ ਹਾਂ, ਅਤੇ ਗੁਰੂ ਸਾਨੂੰ ਥਾਪੜਾ ਦਿੰਦਾ। ਗੁਰੂ ਥਾਪੀ ਦਿੱਤੀ ਕੰਡ ਜੀਓ, ਕੰਡ ਮਤਲਬ ਸਾਡੀ ਪਿੱਠ। ਗੁਰੂ ਸਾਡੀ ਪਿੱਠ ਨੂੰ ਥਾਪੜਾ ਦਿੰਦਾ, ਮਿਹਰ ਕਰਦਾ, ਔਰ ਗੁਰੂ ਇਹ ਕਹਿ ਦਿੰਦਾ ਥਾਪੜਾ ਦੇ ਕੇ, ਦੁੱਖ ਪਰ ਹਰ ਤੇਰੇ ਦੁੱਖ ਗਏ, ਸੁੱਖ ਘਰ ਲੈ ਜਾਏ, ਸੁੱਖਾਂ ਨੂੰ ਭਾਈ ਲੈ ਜਾ। ਪਰ ਸਾਧ ਸੰਗਤ ਜੀ ਪਤਾ ਕੀ ਹੈ, ਜਦੋਂ ਦੁੱਖ ਹੁੰਦਾ ਉਦੋਂ ਅਸੀਂ ਥਾਪੜਾ ਲੈਂਦੇ ਹਾਂ, ਜਦੋਂ ਦੁੱਖ ਚਲਾ ਜਾਂਦਾ, ਸਭ ਕੁਝ ਮਿਲ ਜਾਂਦਾ, ਘਰ ਵਿੱਚ ਖੁਸ਼ਹਾਲੀ ਹੈ, ਸੋਹਣਾ ਘਰ ਬਣ ਗਿਆ, ਸੋਹਣੀਆਂ ਚੀਜ਼ਾਂ ਮਿਲ ਗਈਆਂ, ਫਿਰ ਬਾਣੀ ਵਿੱਚ ਲਿਖਿਆ ਦਾਤ ਪਿਆਰੀ, ਘਰ ਸੋਹਣਾ ਲੱਗਦਾ, ਘਰ ਵਿੱਚ ਰਸੋਈ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ, ਸਾਧਨ ਗੱਡੀਆਂ ਕਾਰਾਂ ਸੋਹਣੀਆਂ ਲੱਗਦੀਆਂ, ਬੰਦਾ ਕਹਿੰਦਾ ਛੱਡੋ ਪਰਾਂ, ਰੱਬ ਕੋਲੋਂ ਕੀ ਲੈਣਾ, ਮਿਲ ਗਿਆ ਸਭ ਕੁਝ। ਬਾਣੀ 'ਚ ਲਿਖਿਆ ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਬੰਦੇ ਨੂੰ ਪੂਰੀ ਖੁਸ਼ੀ ਮਿਲ ਜਾਂਦੀ ਹੈ, ਉਦੋਂ ਜ਼ਿਆਦਾ ਆਵੇ ਗੁਰੂ ਕੋਲ, ਉਦੋਂ ਜ਼ਿਆਦਾ ਨੱਕ ਰਗੜੇ ਸੱਚੇ ਪਾਤਸ਼ਾਹ ਦਿੱਤੀਆਂ ਨੇ ਦਾਤਾਂ, ਅਤੇ ਇਹਦੇ ਵਿੱਚ ਆਪ ਰਹਿਣਾ, ਇਹ ਖੁਸ਼ੀ ਦੇ ਨਾਲ ਹੰਡਾਉਣੀਆਂ ਹੋਣ। ਜੇ ਦਿੱਤੀਆਂ ਨੇ ਤਾਂ ਸ਼ੁਕਰ ਹੈ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਅਤੇ ਜਦੋਂ ਕੋਈ ਸਤਸੰਗ ਜੀ ਕੋਈ ਮਾੜੀ ਜਿਹੀ ਪ੍ਰੋਬਲਮ ਹੁੰਦੀ ਹੈ, ਫਿਰ ਕਹਿੰਦਾ ਚਲੋ ਚਲੀਏ ਹੁਣ ਗੁਰੂ ਪਾਸ। ਗੁਰੂ ਨੂੰ ਕੰਮ ਲਈ ਰੱਖਿਆ, ਵੀ ਜਦੋਂ ਕੰਮ ਪੈ ਗਏ ਤੇ ਚਲੇ ਗਏ, ਅਤੇ ਜਦੋਂ ਨਾ ਕੰਮ ਹੋਇਆ ਤੇ ਛੱਡੋ ਪਰਾਂ। ਗੁਰੂ ਕੋਲ ਮਹਾਰਾਜ ਜੀ ਕਹਿੰਦੇ, ਗੁਰ ਸਤਿਗੁਰ ਕਾਜੋ ਸਿੱਖਿਆ ਖਾਏ, ਸੋ ਭਲ ਕੇ ਉਠਰ ਨਾਮ ਧਿਆਵੇ। ਕੋਈ ਵੀ ਅਵਸਥਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਹੋਵੇ, ਕਿਸੇ ਵੀ ਹਾਲਤ ਜਾਂ ਹਾਲਾਤ ਵਿੱਚ ਹੋਵੇ, ਨਾ ਖੁਸ਼ੀ ਦੇ ਵਿੱਚ ਅਤੇ ਨਾ ਗਮੀ ਦੇ ਵਿੱਚ ਪਰਮਾਤਮਾ ਨੂੰ ਨਾ ਵਿਸਰੇ। ਜਿਵੇਂ ਰੋਟੀ ਨਹੀਂ ਨਾ ਛੱਡਦਾ, ਇਹ ਖਾਣ ਤੋਂ ਬਗੈਰ ਨਹੀਂ ਨਾ ਰਹਿੰਦਾ, ਇਸੇ ਤਰ੍ਹਾਂ ਸਾਚੇ ਨਾਮ ਕੀ ਲਾਗੈ ਭੋਗ। ਇਹ ਜ਼ਿੰਦਗੀ ਦੇ ਵਿੱਚ ਇੱਕ ਕਰਮ ਬਣਾ ਲਏ, ਇੱਕ ਨੇਮ ਬਣਾ ਲਏ, ਗੁਰੂ ਦੇ ਨਾਲ ਗੱਲਾਂ ਕਰਨੀਆਂ ਹੀ ਨੇ, ਗੁਰੂ ਦੇ ਨਾਲ ਆਪਣਾ ਦਿਲ ਖੋਲ੍ਹਣਾ, ਫਰੋਲਣਾ, ਦੁੱਖ ਸੁੱਖ ਫੋਲਣਾ ਗੁਰੂ ਦੇ ਨਾਲ, ਫਿਰ ਹਲਕਾ ਹੋ ਜਾਂਦਾ। ਗੁਰੂ ਸਾਨੂੰ ਧੀਰਜ ਦਿੰਦਾ, ਧਰਵਾਸ ਦਿੰਦਾ, ਸਬਰ ਦਿੰਦਾ, ਤਾਕਤ ਦਿੰਦਾ, ਸੰਤੋਖ ਦਿੰਦਾ, ਅਸੀਸ ਦਿੰਦਾ। ਪਤਾ ਨਹੀਂ ਆਪਣੇ ਆਪ ਕਿਵੇਂ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਦੁੱਖ ਵੀ ਘਟਦੇ ਘਟਦੇ ਗੁਰੂ ਖਤਮ ਕਰ ਦਿੰਦਾ, ਕਿਉਂਕਿ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਆਖਰੀ, ਕਹਿੰਦੇ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਨਾਮ ਨੂੰ ਸੁਣਨ ਦੇ ਨਾਲ, ਕੀਰਤਨ ਕਥਾ ਸੁਣਨ ਦੇ ਨਾਲ, ਸੁਣੀਏ ਦੁੱਖ ਪਾਪ ਕਾ। ਇਹ ਕੌਣ ਕਹਿੰਦਾ ਜੀ? ਕੋਈ ਭਾਈ ਤਾਂ ਨਹੀਂ ਕਹਿੰਦਾ ਕਿਸੇ ਗੁਰਦੁਆਰੇ ਦਾ, ਨਹੀਂ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣ ਹੈ 8 ਸੱਟ ਕਾ ਇਸ਼ਨਾਨ, ਸੁਣ ਹੈ ਪੜ ਪੜ ਪਾਵੈ ਮਾਨ, ਸੁਣ ਹੈ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਹੈ ਦੁੱਖ ਪਾਪ ਕਾ ਨਾਸ। ਇਹ ਨਾਮ ਇੱਕ ਨਸ਼ਾ ਬਣ ਜਾਏ, ਨਸ਼ਾ ਤਾਂ ਗੱਲ ਬਣਨੀ ਹੈ। ਜਿਵੇਂ ਨਸ਼ਈ ਨਸ਼ਾ ਨਹੀਂ ਨਾ ਛੱਡਦਾ, ਨਸ਼ਾ ਨਹੀਂ ਨਾ ਛੱਡਦਾ, ਮਰ ਜਾਂਦਾ ਬਸ। ਇੱਦਾਂ ਮਹਾਰਾਜ ਜੀ ਕਹਿੰਦੇ ਤੂੰ ਵੀ ਨਾਮ ਦੇ ਨਸ਼ੇ ਵਿੱਚ ਐਸਾ ਲੱਗ ਜਾ, ਤੂੰ ਕਹੀਂ ਇਹ ਸੱਚੀ ਸੱਚੀ ਦੱਸੇ ਵੀ ਮੈਂ ਮਰ ਜਾਣਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੂੰ ਕਹਿ ਦੇਖ ਸੁਣ ਬਾਣੀ, ਆਖਾਂ ਜੀਵਾਂ ਜੇ ਮੈਂ ਕਵਾਂਗਾ ਆਖਾਂਗਾ ਤੇ ਜਿਉਂਦਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਮੈਨੂੰ ਇੱਦਾਂ ਲੱਗਦਾ ਹੁਣ ਮੇਰੀ ਜਾਨ ਨਿਕਲਣ ਲੱਗੀ ਹੈ। ਮਤਲਬ ਜਦੋਂ ਤੂੰ ਮੇਰੇ ਤੋਂ ਦੂਰ ਹੁੰਦਾ, ਆਪਣੇ ਦਿਲ ਦੇ ਟੋਟੇ ਨੂੰ ਕੋਈ ਦੂਰ ਨਹੀਂ ਕਰਨਾ ਚਾਹੁੰਦਾ, ਆਪਣੇ ਧੀ ਪੁੱਤਰ ਨੂੰ ਕੋਈ ਦੂਰ ਨਹੀਂ ਭੇਜਣਾ ਚਾਹੁੰਦਾ, ਆਪਣੇ ਸਾਈਂ ਨੂੰ ਦੂਰ ਨਹੀਂ ਕੋਈ ਕਰਨਾ ਚਾਹੁੰਦਾ, ਤੜਫਦਾ। ਸੋ
महाराज जी कहते तेरे अंदर इदां दी तड़प होनी चाहिए है बई तू है ते जिउंदा, आखां जीवा विसरै मर जाओ। जे दूरी बन गई, दूर हो गया, मैं की करांगा, मर जावांगा, जीवन जीवन ही रहेगा। एक गुरु नानक महाराज जी ने अपना तजर्बा बाणी विच लिखिया, जिहड़ी बाणी नूं असीं रह रस के रूप में रोज़ पढ़ते हैं। सो आखिरी पंक्ति है, जो तुद भावै सो भला, नानक दास सरना, मेहरबान बख्शिंदे आप, जप सच्चे तरना। मेहर करने वाले प्रभु, बख्शिश करने वाले प्रभु, उसनू भाई याद करया कर, उसनू सिमर के बड़े तर गए। सिमरो सिमर सिमर सुख पावो, कल कलेश तन माहे मटावो। जो तुद भावे सो भला, नानक दास सरना। जो कुछ तेरी रजा विच हो रहा वो ठीक है, असी तेरी शरण दे विच आए हाँ। जिवें तैनूं भावे उवें तू सानू रख लई। जो तुद भावै साई भली कार, तू सदा सलामत निरंकार। परमात्मा चंगी थां ते रखेगा, परमात्मा सानू चंगिया ही रखेगा। जदों असी कहांगे ना जिवें तैनूं भावै उवें रख लई, ते महाराज जी सानू चंगा ही रखेगा, चंगी थां ते रखेगा। सो ये सी अज दे लड़ीवार शब्द दी विचार जो महाराज जी ने कृपा दया करके सेवा लई है। बहुत प्यारे अर्थ भाव साढ़े हिरदे विच वसाए ने। महाराज जी सब दा भला करो। असी खिन खिन भुलनहार हाँ, पल पल गुनाह करते हैं, सानू बख्श लो और सानू अपने चरना कमलों का प्रेम दिओ। और महाराज जी सानू साडे टब्बरां परिवारां नूं तार दिओ और सानू अपना नाम दिओ, नाम देहो, नाम देहो। भुलां चुकां दी खिमा वाहिगुरू जी का खालसा, वाहिगुरू जी की फतेह।